ਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਦੀ 20ਵੀਂ ਪੌੜੀ ਦੀ ਵਿਆਖਿਆ ਕਰਨ ਜਾ ਰਹੇ ਹਾਂ। ਭਰੀਏ ਹੱਥ ਪੈਰ ਧੰਦੇ। ਮਨੁੱਖ ਦੀ ਬੁੱਧ ਦੋ ਤਰ੍ਹਾਂ ਨਾਲ ਕੰਮ ਕਰਦੀ ਹੈ। ਬੁੱਧ ਦਾ ਕੰਮ ਹੈ ਖੋਜਣਾ, ਜਿਹੜੀ ਬੁੱਧ ਇੱਕ ਤੇ ਪਦਾਰਥਾਂ ਦੀ ਖੋਜ ਕਰਦੀ ਹੈ, ਇੱਕ ਪਰਮਾਤਮਾ ਦੀ ਖੋਜ ਕਰਦੀ ਹੈ। ਵਿਗਿਆਨਿਕ ਪਦਾਰਥਾਂ ਦੀ ਖੋਜ ਕਰਦਾ ਹੈ, ਸੰਤ ਜਿਹੜਾ ਹੈ ਪਰਮਾਤਮਾ ਦੀ ਖੋਜ ਕਰਦਾ ਹੈ। ਵਿਗਿਆਨਿਕ ਨੇ ਆਪਣੇ ਆਪ ਨੂੰ ਪਦਾਰਥਾਂ ਦੇ ਅਨੁਕੂਲ ਕਰਕੇ ਤੇ ਪਦਾਰਥ ਦੇ ਨਿਯਮ ਨੂੰ ਸਮਝ ਕੇ ਜਗਤ ਨੂੰ ਸਹੂਲਤਾਂ ਦਿੱਤੀਆਂ ਨੇ, ਤੇ ਸੰਤ ਨੇ ਪਰਮਾਤਮਾ ਦੇ ਨਿਯਮ ਨੂੰ ਸਮਝ ਕੇ ਔਰ ਪਰਮਾਤਮਾ ਦੇ ਨਿਯਮ ਦੇ ਅਨੁਕੂਲ ਆਪਣੇ ਆਪ ਨੂੰ ਢਾਲ ਕੇ ਪਰਮ ਆਨੰਦ ਪ੍ਰਾਪਤ ਕੀਤਾ ਹੈ ਔਰ ਪਰਮ ਆਨੰਦ ਵੰਡਿਆ ਹੈ, ਤਕਸੀਮ ਕੀਤਾ ਹੈ ਜਗਤ ਵਿੱਚ। ਹੂਬਹੂ ਉਸ ਪਰਮਾਤਮਾ ਤੱਤ ਦੀ ਸੂਝ-ਬੂਝ ਰੱਖਣ ਵਾਲੇ ਤੇ ਆਪਣੇ ਆਪ ਨੂੰ ਉਸ ਨਿਯਮ ਦੇ ਅਨੁਕੂਲ ਢਾਲਣ ਵਾਲੇ ਤੇ ਖੁਦ ਪਰਮ ਆਨੰਦ ਦੀ ਪ੍ਰਾਪਤੀ ਕਰਕੇ ਜਗਤ ਨੂੰ ਪਰਮ ਆਨੰਦ ਵੰਡਣ ਵਾਲੇ ਜਗਤ ਗੁਰੂ ਬਾਬਾ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਤਰ੍ਹਾਂ ਦੇ ਗੁੱਝੇ ਭੇਦ ਇਸ ਪਾਵਨ ਪਵਿੱਤਰ ਪੌੜੀ ਵਿੱਚ, ਜੋ ਜਪਜੀ ਸਾਹਿਬ ਦੀ 20ਵੀਂ ਪੌੜੀ ਹੈ, ਦਰਸਾਏ ਨੇ। ਭਰੀਏ ਹੱਥ ਪੈਰ ਧੰਦੇ। ਇਹ ਤੇ ਠੀਕ ਹੈ, ਮਨੁੱਖ ਆਪਣੇ ਹੱਥ ਤੇ ਪੈਰ ਮੇਲੇ ਨਹੀਂ ਕਰਨਾ ਚਾਹੁੰਦਾ, ਪਰ ਇਹ ਵੀ ਸਪਸ਼ਟ ਹੈ ਕਿ ਗੰਦਗੀ ਬਹੁਤ ਜ਼ਿਆਦਾ ਹੈ ਐਟਮੋਸਫੀਅਰ ਦੇ ਵਿੱਚ। ਬਹੁਤ ਵੱਡੀ ਗੰਦਗੀ ਹੈ, ਧੂੜ ਹੈ, ਜੋ ਸਹਿਜੇ ਸਹਿਜੇ ਹੱਥਾਂ 'ਤੇ, ਪੈਰਾਂ 'ਤੇ, ਕੱਪੜਿਆਂ 'ਤੇ, ਮੂੰਹ 'ਤੇ ਪੈਂਦੀ ਹੈ। ਔਰ ਮਨੁੱਖ ਸਵੇਰੇ ਜਦ ਤਰੋ ਤਾਜ਼ਾ ਨਹਾ ਕੇ ਬਾਹਰ ਨਿਕਲਦਾ ਹੈ ਅਤੇ ਸ਼ਾਮ ਨੂੰ ਜਦ ਘਰ ਵਾਪਸ ਜਾਂਦਾ ਹੈ ਤਾਂ ਉਸ ਤਰ੍ਹਾਂ ਦੀ ਸਫਾਈ ਅਤੇ ਤਾਜ਼ਗੀ ਸਰੀਰ ਅਤੇ ਕੱਪੜਿਆਂ 'ਤੇ ਨਹੀਂ ਹੁੰਦੀ। ਮੈਲ ਕੁਝ ਜੰਮ ਗਈ ਹੈ। ਭਰੀਏ ਹੱਥ ਪੈਰ ਧੰਦੇ। ਦੇਹੀ ਹੱਥ ਪੈਰ ਇਹ ਤਨ ਜੋ ਕਿਸੇ ਮੈਲ ਨਾਲ ਭਰ ਛੱਡੀਏ। ਐਟਮੋਸਫੀਅਰ ਤੋਂ ਜਿਹੜੀ ਸਾਨੂੰ ਮਿੱਟੀ ਪੈ ਗਈ, ਪੈਰਾਂ 'ਤੇ ਪੈ ਗਈ, ਹੱਥਾਂ 'ਤੇ ਪੈ ਗਈ, ਔਰ ਇਹ ਸਭ ਕੁਝ ਜੋ ਮੈਲੇ ਹੋ ਗਏ ਤਾਂ ਪਾਣੀ ਧੋਤੇ ਉਤਰਸ ਕੇ ਪਾਣੀ ਦੇ ਨਾਲ ਇਹ ਮਿੱਟੀ ਹੱਥ ਤੋਂ ਲੈ ਜਾਂਦੀ ਹੈ, ਪੈਰਾਂ 'ਤੇ ਮੂੰਹ ਤੋਂ ਲੈ ਜਾਂਦੀ ਹੈ। ਪਾਣੀ ਵਿੱਚ ਖੂਬੀ ਹੈ ਔਰ ਇਸ ਨਿਯਮ ਨੂੰ ਮਨੁੱਖ ਨੇ ਸਮਝਿਆ ਹੈ ਕਿ ਤਨ ਦੀ ਮੈਲ ਪਾਣੀ ਨਾਲ ਲੈ ਜਾਂਦੀ ਹੈ। ਫਿਰ ਅੱਗੇ ਕਹਿੰਦੇ ਨੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੁਨ ਲਈਏ ਉਹ ਧੋਏ। ਤੇ ਜੇ ਕਿਧਰੇ ਕੱਪੜਾ ਅਤਿਅੰਤ ਪਲੀਤ ਹੋ ਜਾਵੇ, ਮਲ ਮੂਤਰ ਨਾਲ ਭਰ ਜਾਏ, ਬਹੁਤ ਹੀ ਮੈਲਾ ਹੋ ਜਾਏ, ਨਿਰੀ ਮਿੱਟੀ ਹੀ ਨਹੀਂ, ਨਿਰੀ ਖੇ ਹੀ ਨਹੀਂ, ਮਲ ਤੇ ਮੂਤਰ ਨਾਲ ਕੱਪੜੇ ਪਲੀਤ ਹੋ ਜਾਣ। ਪਲੀਤ ਸ਼ਬਦ ਜਿਹੜਾ ਹੈ ਉਹ ਅਰਬੀ ਦਾ ਹੈ, ਜਿਹਦਾ ਮਤਲਬ ਹੁੰਦਾ ਹੈ ਅਤਿਅੰਤ ਮੈਲਾ, ਅਤਿਅੰਤ ਨਾਪਾਕ। ਕਿਧਰੇ ਮਲ ਮੂਤਰ ਦੇ ਨਾਲ ਕੱਪੜਾ ਅਤਿਅੰਤ ਨਾਪਾਕ ਹੋ ਜਾਏ, ਬਹੁਤ ਮੈਲਾ ਹੋ ਜਾਏ, ਤਾਂ ਦੇ ਸਾਬੁਨ ਲਈਏ ਉਹ ਧੋਏ। ਉਹ ਪਲੀਤ ਪੁਣਾ ਨਿਰੇ ਪਾਣੀ ਨਾਲ ਨਹੀਂ ਧੁਲੇਗਾ, ਉਹਨੂੰ ਸਾਬਣ ਵੀ ਚਾਹੀਦਾ ਹੈ। ਮਨੁੱਖ ਨੇ ਪਹਿਲੇ ਪਾਣੀ ਦੇ ਨਿਯਮ ਨੂੰ ਸਮਝਿਆ ਹੈ ਅਤੇ ਇਹ ਵੀ ਪਤਾ ਚੱਲਿਆ ਕਿ ਪਾਣੀ ਨਾਲ ਸਿਰਫ ਉੱਪਰਲੀ ਮੈਲ ਜੋ ਰੇਤ ਦੀ ਹੈ, ਖੇ ਦੀ ਹੈ, ਧੁਲੇਗੀ, ਪਰ ਇਹ ਮਲ ਮੂਤਰ ਦੀ ਪਲੀਤਗੀ ਹੈ ਉਹ ਪਾਣੀ ਨਾਲ ਨਹੀਂ ਧੁਲ ਸਕਦੀ। ਅਤੇ ਮਨੁੱਖ ਨੇ ਸਾਬਣ ਨੂੰ ਇਜਾਦ ਕੀਤਾ। ਅਨੇਕਾਂ ਤਰ੍ਹਾਂ ਦੇ ਵਾਸ਼ਿੰਗ ਪਾਊਡਰ ਨੇ ਜੋ ਕੱਪੜਿਆਂ ਵਿੱਚੋਂ ਮਲ ਮੂਤਰ ਨੂੰ ਕੱਢ ਕੇ ਸਾਫ ਸੁਥਰਾ ਕਰ ਦਿੰਦੇ ਨੇ। ਹੂ ਬਹੂ ਇਸ ਤਰ੍ਹਾਂ ਸਤਿਗੁਰ ਕਹਿੰਦੇ ਨੇ, ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੇ ਨਾਵੇਂ ਕੇ ਰੰਗ। ਆਪਾਂ ਕਈ ਵਾਰੀ ਪਾਪ ਕਰਮ ਦੀ ਚਾਹਤ ਨਹੀਂ ਰੱਖਦੇ, ਲੇਕਿਨ ਹੋ ਗਿਆ ਸਾਡੇ ਤੋਂ। ਅਨਰਥ ਕਰਨ ਦੀ ਅੰਦਰ ਤਮੰਨਾ ਨਹੀਂ ਸੀ, ਪਰ ਹੋ ਗਿਆ ਹੈ, ਜਿਹਨੂੰ ਕਹਿੰਦੇ ਨੇ ਮਿਥਿਆ ਪਾਪ, ਅਣਚਾਹਾ ਪਾਪ। ਉਹ ਜੋ ਅੰਦਰ ਇੱਛਾ ਨਹੀਂ ਸੀ ਤੇ ਗਲਤ ਬੋਲਿਆ ਗਿਆ, ਗਲਤ ਵੇਖਿਆ ਗਿਆ ਹੈ, ਜਾਂ ਗਲਤ ਸੁਣਿਆ ਗਿਆ ਹੈ, ਜਾਂ ਗਲਤ ਕੁਝ ਹੋ ਗਿਆ ਹੈ। ਇਹ ਤੇ ਐਸਾ ਹੈ ਕਿ ਤਨ ਦੇ ਉੱਤੇ ਖਾਕ ਪੈ ਜਾਂਦੀ ਹੈ, ਮਿੱਟੀ ਪੈ ਜਾਂਦੀ ਹੈ। ਇਹ ਥੋੜ੍ਹੇ ਦਿਨ ਦੇ ਸਤਸੰਗ ਨਾਲ, ਥੋੜ੍ਹੀ ਜਿਹੀਆਂ ਗੁਰਬਾਣੀ ਵਿਚਾਰਾਂ ਨਾਲ, ਥੋੜ੍ਹੇ ਜਿਹਾ ਅਧਿਆਤਮ ਚਿੰਤਨ ਦੇ ਨਾਲ ਇਸ ਤਰ੍ਹਾਂ ਦੀ ਰੇਤ, ਇਸ ਤਰ੍ਹਾਂ ਦੀ ਖੇ ਦੂਰ ਹੋ ਜਾਂਦੀ ਹੈ। ਪਰ ਕੁਝ ਹੋਰ ਅਪਰਾਧ ਹੁੰਦੇ ਨੇ ਜੋ ਮਿੱਥ ਕੇ ਕੀਤੇ ਨੇ, ਜਿਹਨੂੰ ਸਾਜ਼ਿਸ਼ ਕਹਿੰਦੇ ਨੇ, ਜਿਹਦਾ ਪੂਰਾ ਪਹਿਲੇ ਨਿਸ਼ਾਨਾ ਮਿੱਥ ਕੇ ਨਰਤ ਕੀਤਾ ਹੈ, ਪਾਪ ਕੀਤਾ ਹੈ। ਉਹ ਮੈਲ ਤੇ ਇਸ ਤਰ੍ਹਾਂ ਹੈ ਜਿਵੇਂ ਕੱਪੜੇ ਨੂੰ ਮਲ ਮੂਤਰ ਦੀ ਮੈਲ ਚੰਬੜ ਗਈ ਹੈ। ਇਹ ਖੇ ਨਹੀਂ, ਇਹ ਹੁਣ ਸਿਰਫ ਮਿੱਟੀ ਦੀ ਮੈਲ ਨਹੀਂ, ਇਹ ਮਲ ਮੂਤਰ ਦੀ ਮੈਲ ਹੈ। ਫਿਰ ਇਸ ਨੂੰ ਸਮਝਣਾ ਹੈ ਕਿ ਉਹ ਮਿਥਿਆ ਪਾਪ, ਅਣਚਾਹਿਆ ਪਾਪ, ਜਿਹਦੀ ਮਨ ਵਿੱਚ ਕੋਈ ਇੱਛਾ ਨਹੀਂ, ਹੋ ਗਿਆ, ਅਚਨਚੇਤ ਹੋ ਗਿਆ ਹੈ, ਜਿਹਨੂੰ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਨਰ ਅਚੇਤ ਪਾਪ ਤੇ ਡਰ ਰਹੇ। ਹੇ ਮਨੁੱਖ, ਜਿਹੜੇ ਅਚੇਤ ਪਾਪ ਹੋ ਜਾਂਦੇ ਨੇ, ਸੁੱਤੇ ਹੀ ਸਿੱਧ ਹੋ ਜਾਂਦੇ ਨੇ, ਜਿੰਦਾ ਚਿੱਤ ਚਿੰਤਨ ਵੀ ਨਹੀਂ ਕਰਦਾ, ਉਸ ਪਾਪ ਤੋਂ ਡਰ। ਉਹ ਜਿਸ ਪਾਪ ਦਾ ਚਿੱਤ ਚਿੰਤਨ ਕਰੇ ਔਰ ਉਸ ਪੂਰੀ ਸਾਜ਼ਿਸ਼ ਬਣਾਵੇ ਤੇ ਸੋਚ ਸਮਝ ਕੇ ਕਰੇ,
ਉਹ ਤੇ ਬਹੁਤ ਵੱਡੀ ਮੈਲ ਹੋ ਗਈ ਨਾ। ਜਦੋਂ ਗੁਰੂ ਤੇਗ ਬਹਾਦਰ ਜਿਹੜੇ ਆਪਾਂ ਕੋਈ ਚੀਜ਼ ਨਹੀਂ ਚਾਹੁੰਦੇ ਉਹ ਵਾਲਾ ਪਾਪ ਕਰਨੇ ਆ, ਉਹਨੂੰ ਹੀ ਇੰਨਾ ਕਹਿੰਦੇ ਨੇ ਕਿ ਉਸ ਤੋਂ ਡਰ। ਤੇ ਜਿਹੜਾ ਅਸੀਂ ਸੋਚ ਸਮਝ ਕੇ ਕੀਤਾ ਫਿਰ ਉਹ ਸੋਚੋ ਕਿੰਨਾ ਭਿਆਨਕ ਹੋਏਗਾ, ਬਹੁਤ ਵੱਡਾ ਅਨਰਥ ਹੈ। ਉਹ ਮੈਲ ਤੇ ਇੰਝ ਹੈ ਜਿਵੇਂ ਕੱਪੜਿਆਂ ਨੂੰ ਮਲ ਮੂਤਰ ਦੀ ਮੈਲ ਚੰਬੜ ਗਈ ਹੈ। ਹੁਣ ਇਹ ਪਾਣੀ ਨਾਲ ਨਹੀਂ ਧੁਲੇਗੀ, ਹੁਣ ਇਹ 1-2 ਦਿਨ ਦੀ ਆਪਣਾ ਪਾਪ ਨਾਲ ਨਹੀਂ ਬਣੇਗੀ, ਦਾਨ ਪੁੰਨ ਨਾਲ ਗੱਲ ਨਹੀਂ ਬਣੇਗੀ, ਇਹ ਹੁਣ ਥੋੜ੍ਹੀ ਬਹੁਤ ਸੇਵਾ ਨਾਲ ਨਹੀਂ ਗੱਲ ਬਣੇਗੀ। ਇਹ ਤੇ ਹੁਣ ਗਹਿਰਾ ਅਧਿਆਤਮਕ ਚਿੰਤਨ ਕਰਨਾ ਪਏਗਾ, ਇਹ ਤੇ ਹੁਣ ਬਹੁਤ ਵੱਡੇ ਰੂਪ ਵਿੱਚ ਜਪ ਕਰਨਾ ਪਏਗਾ। ਔਰ ਥੋੜ੍ਹਾ ਜਿਹਾ ਦਾਨ ਪੁੰਨ ਕਰ ਲੈਣਾ, ਸੇਵਾ ਕਰ ਲੈਣੀ, ਪਰਉਪਕਾਰ ਕਰ ਲੈਣਾ, ਇਹ ਇੰਝ ਹੈ ਜਿਵੇਂ ਉੱਪਰ ਜੰਮੀ ਹੋਈ ਥੋੜ੍ਹੀ ਜਿਹੀ ਪਾਪਾਂ ਦੀ ਮੈਲ ਨੂੰ ਪਾਣੀ ਨਾਲ ਧੋਤਾ ਹੈ। ਜਿਹੜੇ ਅਸੀਂ ਅਚੇਤ ਕਰਕੇ ਕਰ ਲਏ ਉਹ ਤੇ ਥੋੜ੍ਹੇ ਬਹੁਤੇ ਨਾਲ ਹੋ ਜਾਂਦੇ ਨੇ, ਜਿਹੜੇ ਅਸੀਂ ਜ਼ਿਆਦਾ ਬਹੁਤ ਵੱਡੇ ਸੋਚ ਸਮਝ ਕੇ ਪਾਪ ਕਰਨੇ ਆ ਉਹ ਥੋੜ੍ਹੀ ਬਹੁਤੀ ਗੁਰਬਾਣੀ ਨਾਲ ਨਹੀਂ ਹੁੰਦੇ, ਉਹ ਬਹੁਤ ਡੂੰਘੀ ਵਿਚਾਰਾਂ ਕਰਨੀਆਂ ਪੈਂਦੀਆਂ ਨੇ, ਡੂੰਘੇ ਅਧਿਆਤਮ ਦੀ ਲੋੜ ਪੈਂਦੀ ਹੈ ਉਹਦੇ 'ਚ। ਜਿਹੜੀ ਅਸੀਂ ਘੋਰ ਤਪੱਸਿਆ ਕਰਨੀ, ਮਹਾਨ ਜਪ ਕਰਨਾ, ਵਿਸ਼ੇਸ਼ ਕਰਨਾ, ਇਹ ਇਸ ਤਰ੍ਹਾਂ ਹੈ ਜਿਵੇਂ ਪਾਣੀ ਦੇ ਨਾਲ ਨਾਲ ਸਾਬਣ ਨੂੰ ਲਾ ਕੇ ਉਸ ਮਲ ਮੂਤਰ ਨੂੰ ਧੋਣਾ ਹੈ। ਜੋ ਗਹਿਰੇ ਰੂਪ ਵਿੱਚ, ਮਿੱਥੇ ਹੋਏ ਰੂਪ ਵਿੱਚ ਪਾਪ ਹੋਇਆ ਹੈ, ਅਨਰਥ ਹੋਇਆ ਹੈ, ਸਾਜ਼ਿਸ਼ ਹੋਈ ਹੈ, ਉਹ ਜਿਵੇਂ ਉੱਥੇ ਆਪਾਂ ਸਾਬਣ ਲਾ ਦਿੱਤਾ ਮਲ ਮੂਤਰ ਨੂੰ ਧੋਣ ਵਾਸਤੇ, ਉਹ ਜਦੋਂ ਗਹਿਰਾ ਉੱਥੇ ਜਿਹੜਾ ਅਸੀਂ ਗਹਿਰਾ ਚਿੰਤਨ ਕਰ ਰਹੇ ਉਹ ਸਾਬਣ ਦਾ ਕੰਮ ਕਰਦਾ ਹੈ। ਹੱਥ, ਪੈਰ, ਤਨ, ਦੇਹੀ ਇਹ ਕਿਧਰੇ ਮਿੱਟੀ ਨਾਲ ਮੈਲੇ ਹੋ ਜਾਣ ਤਾਂ ਪਾਣੀ ਨਾਲ ਸਾਫ਼ ਕੀਤੇ ਜਾ ਸਕਦੇ ਨੇ, ਪਰ ਜੇ ਮਲ ਮੂਤਰ ਨਾਲ ਕੱਪੜੇ ਮੈਲੇ ਹੋ ਜਾਣ ਤੇ ਬਦਨ ਮੈਲਾ ਹੋ ਗਿਆ ਤਾਂ ਹੁਣ ਪਾਣੀ ਨਾਲ ਗੱਲ ਨਹੀਂ ਬਣੇਗੀ, ਹੁਣ ਤਾਂ ਦੇਹ ਸਾਬੁਨ ਲਈਏ ਉਹ ਤੋਂ ਹੀ। ਇਹ ਪ੍ਰਮਾਣ ਹੈ, ਇਸ ਪ੍ਰਤੀ ਪ੍ਰਮਾਣ ਦਿੱਤਾ ਜਾ ਰਿਹਾ ਹੈ। ਇਹ ਦ੍ਰਿਸ਼ਟਾਂਤ ਹੈ। ਕਿਸ ਪ੍ਰਤੀ ਦ੍ਰਿਸ਼ਟਾਂਤ ਦਿੱਤਾ ਜਾ ਰਿਹਾ ਹੈ? ਸਤਿਗੁਰ ਇਹ ਗੱਲ ਅੱਗੇ ਖੋਲਦੇ ਨੇ, ਆਪ ਪ੍ਰਮਾਣ ਕਰਦੇ ਨੇ, ਭਰੀਏ ਮਤ ਪਾਪਾਂ ਕੇ ਸੰਗ ਇਹ ਧੋਪੇ ਨਾਵੇ ਕਰਨ। ਪ੍ਰਮਾਣ ਦਿੱਤਾ ਸਾਬੁਨ ਦਾ, ਦ੍ਰਿਸ਼ਟਾਂਤ ਕੀ ਹੈ? ਭਰੀਏ ਮਤ ਪਾਪਾਂ ਕੇ ਸੰਗ। ਮਤਲਬ ਜਿਵੇਂ ਤੁਸੀਂ ਸਾਬਣ ਨਾਲ ਅਸੀਂ ਮਲ ਮੂਤਰ ਦੀ ਕੱਪੜੇ ਦੀ ਧੋ ਮੈਲ ਲਾਉਂਦੇ ਹਾਂ, ਐਵੇਂ ਜਿਹੜੀ ਮੱਤ ਦੇ ਉੱਤੇ ਜਿਹੜੀ ਮੈਲ ਲੱਗੀ ਹੈ ਉਹ ਸਾਡੀ ਨਾਮ ਰੂਪੀ ਸਾਬਣ ਨੇ ਧੋਣੀ ਹੈ। ਇਹਨੂੰ ਕਹਿੰਦੇ ਨੇ ਪ੍ਰਮਾਣ ਔਰ ਦ੍ਰਿਸ਼ਟਾਂਤ। ਵੀ ਇੱਕ ਚੀਜ਼ ਦਾ ਪ੍ਰਮਾਣ ਦੇਣਾ, ਦ੍ਰਿਸ਼ਟਾਂਤ ਹੁੰਦਾ ਜਿਹਦੇ ਲਈ ਪ੍ਰਮਾਣ ਦਿੱਤਾ ਜਾਏ, ਉਦਾਹਰਣ ਦੇ ਕੇ ਗੱਲ ਸਮਝਾਈ ਹੈ। ਕੁਛ ਤੇ ਐਸੀ ਮੈਲ ਹੈ ਜੋ ਤਨ ਤੇ ਕੱਪੜਿਆਂ ਨੂੰ ਮੈਲਾ ਕਰਦੀ ਹੈ, ਤੇ ਕੁਛ ਜਿਹੜੀ ਮੈਲ ਹੁੰਦੀ ਹੈ ਸਾਡੀ ਮੱਤ ਨੂੰ ਮੈਲਾ ਕਰਦੀ ਹੈ। ਇਹ ਸਿਰਫ ਸੋਝੀਆਂ ਸਤਸੰਗੀਆਂ ਨੂੰ ਹੀ ਪਤਾ ਹੁੰਦੀ ਹੈ। ਮੱਤ, ਸੋਚਣ ਸ਼ਕਤੀ ਗਲਤ ਸੋਚੀ ਜਾ ਰਿਹਾ ਹੈ, ਗਲਤ ਵਿਚਾਰੀ ਜਾ ਰਿਹਾ ਹੈ, ਗਲਤ ਫੁਰਨੇ ਚੱਲ ਰਹੇ ਨੇ, ਇਹ ਮੱਤ ਦੀ ਮੈਲ ਹੈ। ਔਰ ਇਹ ਕੁਸੰਗਤ ਜਾਂ ਪੁਰਾਣੇ ਸੰਸਕਾਰਾਂ ਕਰਕੇ ਅਚਨਚੇਤ ਜੋ ਖਲਾ ਦੇ ਵਿਚਾਰ ਘੁੰਮ ਰਹੇ ਨੇ ਉਹਨਾਂ ਕਰਕੇ ਮੱਤ ਦੇ ਉੱਤੇ ਇਹ ਪ੍ਰਭਾਵ ਪੈਂਦਾ ਹੈ ਤੇ ਮੱਤ ਗਲਤ ਸੋਚਣ ਲੱਗ ਪੈਂਦੀ ਹੈ। ਗਲਤ ਸੋਚੇ ਹੋਏ ਨੂੰ ਤਨ ਆਪਣੀ ਤ੍ਰਿਪਤ ਨਾਲ ਪ੍ਰਗਟ ਕਰਨਾ ਹੈ। ਮਨ ਕਰਕੇ ਜੋ ਗਲਤ ਸੋਚਿਆ ਗਿਆ ਹੈ ਉਹ ਵਿਚਾਰਾਂ ਦੇ ਤਨ ਤੇ ਗਲਤ ਹੈ, ਉਹਦੇ ਵਿਚਾਰਾਂ ਦੇ ਤਨ ਤੇ ਗਲਤ ਹੈ। ਪਰ ਤਨ ਕਰਕੇ ਜੋ ਗਲਤ ਕੀਤਾ ਗਿਆ ਉਹ ਕਿਰਦਾਰ ਦੇ ਤਲ ਉੱਤੇ ਗਲਤ ਹੈ। ਸਾਹਿਬ ਕਹਿੰਦੇ ਨੇ ਭਰੀਏ ਮਤ ਪਾਪਾਂ ਕੇ ਸੰਗ, ਜੋ ਪਾਪਾਂ ਨਾਲ ਮੱਤ ਭਰ ਲਈਏ ਤੇ ਪ੍ਰਥਮ ਇਸ ਨੂੰ ਵੀ ਸਮਝਣਾ ਹੈ ਪਾਪ ਕੀ ਨੇ। ਐਸਾ ਸੋਚਣਾ ਜਿਹਦੇ ਨਾਲ ਕਿਸੇ ਨੂੰ ਚੋਟ ਪਹੁੰਚੇ, ਐਸਾ ਕਰਨਾ ਜਿਹਦੇ ਨਾਲ ਕਿਸੇ ਨੂੰ ਚੋਟ ਪਹੁੰਚੇ। ਪਾਪਾਂ ਦੀ ਲਫ਼ਜ਼ ਵਿਆਖਿਆ ਕਰਨੀ ਹੋਵੇ, ਜਿਸ ਵਿਚਾਰ ਰਾਹੀਂ, ਜਿਸ ਸੋਚ ਰਾਹੀਂ ਦੂਜੇ ਨੂੰ ਚੋਟ ਪਹੁੰਚੇ। ਮੇਰਾ ਮੰਨ ਲਾ ਮੇਰੇ ਚੱਲਣ ਨਾਲ ਕਿਸੇ ਦੇ ਰਸਤਾ ਰੁਕ ਜਾਏ ਤੇ ਮੇਰਾ ਚੱਲਣਾ ਪਾਪ ਹੋ ਗਿਆ। ਮੇਰੇ ਸੋਚਣਾ ਕਿਸੇ ਦੇ ਸੋਚ ਮੰਡਲ ਤੇ ਤਾਲੇ ਲਾ ਦੇਵੇ ਤੇ ਮੇਰਾ ਸੋਚਣਾ ਪਾਪ ਹੋ ਗਿਆ। ਮੇਰੇ ਕਰਨਾ ਕਿਸੇ ਦੇ ਹੱਥ ਨੂੰ ਰੋਕ ਦੇਵੇ ਤੇ ਕਿਸੇ ਦੇ ਹੱਥ ਵਾਸਤੇ ਉਹ ਹੱਥਕੜੀ ਸਾਬਤ ਹੋ ਜਾਏ ਤੇ ਐਸਾ ਮੇਰੇ ਸੋਚਣਾ ਵੀ ਪਾਪ ਹੈ। ਮਨੁੱਖ ਦਾ ਸੋਚਣਾ, ਮਨੁੱਖ ਦਾ ਬੋਲਣਾ, ਮਨੁੱਖ ਦਾ ਚੱਲਣਾ, ਮਨੁੱਖ ਦਾ ਕਰਨਾ ਐਸਾ ਜੋ ਅਗਲਿਆਂ ਦਾ ਰਸਤਾ ਰੋਕ ਕੇ ਰੱਖ ਦਿੰਦਾ ਹੈ, ਅਗਲਿਆਂ ਦੇ ਹੱਥ ਵਾਸਤੇ ਉਸ ਦੀ ਕ੍ਰਿਤ ਹੱਥਕੜੀ ਬਣ ਜਾਂਦੀ ਹੈ। ਤੇ ਉਹ ਇਹਦੇ ਬੋਲ ਐਸੇ ਨੇ ਅਗਲਿਆਂ ਨੂੰ ਖਾਮੋਸ਼ ਕਰ ਦਿੰਦੇ ਨੇ, ਬੋਲਣ ਦਾ ਮੌਕਾ ਤੱਕ ਨਹੀਂ ਦਿੰਦੇ, ਅਗਲੇ ਨੂੰ ਉਪਲਬਧੀ ਨਹੀਂ ਹੋਣ ਦਿੰਦੇ। ਤਾਂ ਬੋਲਿਆ ਪਾਪ ਹੋ ਗਿਆ, ਸੋਚਣਾ ਪਾਪ ਹੋ ਗਿਆ, ਤੇ ਦੂਸਰੇ ਦੇ ਦਿਮਾਗ ਨੂੰ ਕੁੰਡ ਕਰਕੇ ਰੱਖ ਦਿੱਤਾ, ਉਹ ਕਰਨਾ ਪਾਪ ਹੋ ਗਿਆ। ਸਾਹਿਬ ਕਹਿੰਦੇ ਨੇ ਉਹ ਪਾਪ ਹੈ ਜਿਹਦੇ ਨਾਲ ਦੂਜੇ ਨੂੰ ਕਿਸੇ ਵੀ ਪੱਧਰ ਤੇ ਹਾਨੀ ਪਹੁੰਚੇ। ਧਾਰਮਿਕ ਪੱਧਰ ਤੇ, ਰਾਜਨੀਤਿਕ ਪੱਧਰ ਤੇ, ਸਮਾਜਿਕ ਪੱਧਰ ਤੇ, ਆਰਥਿਕ ਪੱਧਰ ਤੇ ਜਿਸ ਕ੍ਰਿਤ ਨਾਲ ਕਿਸੇ ਤਰ੍ਹਾਂ ਦੀ ਵੀ ਹਾਨੀ ਪਹੁੰਚੇ ਉਹ ਪਾਪ ਹੈ, ਉਹ ਕਰਮ ਪਾਪ ਹੈ। ਤੇ ਸਾਹਿਬ ਕਹਿੰਦੇ ਨੇ ਭਰੀਏ ਮਤ ਪਾਪਾਂ ਕੇ ਸੰਗ, ਜੋ ਪਾਪਾਂ ਨਾਲ ਮਤ ਮਲੀਨ ਹੋ ਜਾਏ ਤਾਂ ਇਸ ਨੂੰ ਕਿਵੇਂ ਧੋਈਏ? ਉਹ ਧੋਪੇ ਨਾਵੇਂ ਕਰਾਂਗੇ। ਉਹ ਫਿਰ ਪਾਪਾਂ ਦੀ ਮੈਲ ਧੁਲਦੀ ਹੈ ਨਾਮ ਦੇ ਰੰਗ ਨਾਲ। ਨਾਮ ਆਖਿਆ ਤੇ ਫਿਰ ਨਾਲ ਆਖਿਆ ਉਹ ਧੋਪੇ ਨਾਵੇਂ ਕਰਾਂਗੇ। ਇਹਦਾ ਮਤਲਬ ਹੈ ਕਿ
ਨਾਮ ਦਾ ਆਪਣਾ ਰੰਗ ਹੈ, ਭਾਵ ਨਾਮ ਨੂੰ ਕਿਸੇ ਰੰਗ ਤੇ ਰਸ ਵਿੱਚ ਜਪਣਾ ਹੈ। ਤੇ ਉਂਝ ਨਹੀਂ, ਉਂਝ ਵਾਹਿਗੁਰੂ ਵਾਹਿਗੁਰੂ ਆਖੀ ਜਾ ਰਿਹਾ ਹੈ, ਵਾਹਿਗੁਰੂ ਤੇ ਹੈ, ਵਾਹਿਗੁਰੂ ਦਾ ਰੰਗ ਨਹੀਂ ਹੈ। ਰਾਮ ਰਾਮ ਕਰੀ ਜਾਂਦਾ ਹੈ, ਰਸਨਾ ਤੇ ਮਨ ਦਾ ਸਾਥ ਨਹੀਂ ਹੈ। ਤੇ ਇਹ ਨਾਮ ਤੇ ਹੈ, ਰਾ ਰਸ ਨਹੀਂ। ਅੱਲਾ ਅੱਲਾ ਦੀ ਧੁਨ ਰਟੀ ਜਾਂਦਾ ਹੈ, ਪਰ ਦਿਲੋਂ ਖਾਲੀ ਹੈ, ਤੇ ਅੱਲਾ ਦਾ ਰੰਗ ਨਹੀਂ ਹੈ। ਨਾਮ ਦਾ ਰੰਗ ਚਾਹੀਦਾ ਹੈ, ਅੱਲਾ ਦਾ ਰੰਗ ਚਾਹੀਦਾ ਹੈ, ਵਾਹਿਗੁਰੂ ਦਾ ਰੰਗ ਚਾਹੀਦਾ ਹੈ। ਨਹੀਂ ਹੀ ਪਾਪ ਦੇ ਕਾਲੇ ਰੰਗ ਨੂੰ ਉਹੀ ਧੋ ਪਾਏਗਾ। ਪਾਪ ਦੇ ਕਾਲੇ ਰੰਗ ਨੂੰ ਧੋਣਾ ਹੈ, ਮਿਟਾ ਦੇਣਾ ਹੈ, ਤਾਂ ਉਹ ਅੱਲਾ ਦਾ ਆਪਣਾ ਇੱਕ ਰੰਗ ਹੈ, ਵਾਹਿਗੁਰੂ ਦਾ ਆਪਣਾ ਇੱਕ ਰੰਗ ਹੈ। ਔਰ ਇਹ ਰੰਗ ਉਹਦਾ ਬਣਦਾ ਹੈ ਜਦੋਂ ਜ਼ੁਬਾਨ ਦੇ ਬੋਲ ਨਾਲ ਮਨ ਪੂਰਨ ਤੌਰ 'ਤੇ ਸਹਿਮਤ ਹੁੰਦਾ ਹੈ, ਜਿਸ ਨੂੰ ਬਾਬਾ ਫਰੀਦ ਕਹਿੰਦੇ ਨੇ, ਦਿਲੋਂ ਮੁਹੱਬਤ ਜਿਨ ਸਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਸਿਰਫ ਜ਼ੁਬਾਨ ਹੀ ਅੱਲਾ ਅੱਲਾ ਕਰੀ ਜਾ ਰਹੀ ਹੈ, ਧੁਨ ਰਟੀ ਜਾ ਰਹੀ ਹੈ, ਵਾਹਿਗੁਰੂ ਵਾਹਿਗੁਰੂ ਕਰੀ ਜਾ ਰਹੀ ਹੈ, ਤੇ ਇਹ ਸਿਰਫ ਕੱਚਾ ਰੰਗ ਹੈ। ਪਰ ਜ਼ੁਬਾਨ ਦੇ ਨਾਲ ਨਾਲ ਮਨ ਵੀ ਸਹਿਮਤ ਹੈ, ਜ਼ੁਬਾਨ ਦੇ ਬੋਲਣ ਨਾਲ ਦਿਲ ਵੀ ਜੁੜਿਆ ਹੋਇਆ ਹੈ, ਤੇ ਇਹ ਫਿਰ ਪੱਕਾ ਰੰਗ ਬਣ ਜਾਂਦਾ ਹੈ। ਇਹ ਐਸਾ ਰੰਗ ਹੈ ਕਿ ਪਾਪਾਂ ਦੇ ਤਮਾਮ ਮੈਲ ਨੂੰ ਧੋ ਕੇ ਰੱਖ ਦੇਵੇਗਾ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਜੇ ਕਿਤੇ ਮਤ ਨੇ ਮਨ ਪਾਪਾਂ ਨਾਲ ਭਰ ਜਾਏ, ਨਾਮ ਦੇ ਰੰਗ ਦੇ ਨਾਲ ਧੁਲ ਜਾਂਦਾ ਹੈ, ਸਾਫ਼ ਹੋ ਜਾਂਦੀ ਹੈ। ਫਿਰ ਅੱਗੇ ਸਾਹਿਬ ਫਰਮਾਨ ਕਰਦੇ ਨੇ, ਪੁੰਨੀ ਪਾਪੀ ਆਖਣ ਨਾਏ। ਇੱਥੇ ਸਾਹਿਬ ਕਹਿੰਦੇ ਨੇ ਕਿ ਇਹ ਬੰਦਿਆ, ਤੇਰੇ ਕਹਿਣੇ ਦੇ ਉੱਤੇ ਗੱਲ ਨਹੀਂ ਕਿ ਤੂੰ ਕਹਿ ਦੇਵੇਂ ਫਲਾਣਾ ਪੁੰਨੀ ਹੈ ਤੇ ਪਾਪੀ ਹੈ, ਦਾਨੀ ਹੈ, ਕੋਈ ਕਿਸੇ ਨੂੰ ਕਹਿ ਦੇ ਦਾਨੀ, ਕਿਸੇ ਨੂੰ ਚੋਰ। ਸਾਹਿਬ ਕਹਿੰਦੇ ਨੇ ਇਹ ਸਿਰਫ ਕਹਿਣ ਦੇ ਉੱਤੇ ਗੱਲ ਨਹੀਂ ਹੈ, ਔਰ ਕੋਈ ਕਿਸੇ ਦੇ ਕਿਰਤ ਬਾਰੇ ਫੈਸਲਾ ਵੀ ਨਹੀਂ ਕਰ ਸਕਦਾ। ਕਿਸੇ ਦੇ ਪਾਪੀ ਹੋਣ ਦਾ, ਪੁਨੀਤ ਹੋਣ ਦਾ ਫੈਸਲਾ ਮਨੁੱਖ ਦੇ ਹੱਥ ਵਿੱਚ ਨਹੀਂ ਹੈ। ਹਕੀਕਤ ਹੈ ਕਿ ਫਿਰ ਮਨੁੱਖ ਆਪਣੇ ਤਰਫੋਂ ਫੈਸਲਾ ਕਰ ਦਿੰਦਾ ਹੈ ਕਿ ਫਲਾਣਾ ਪਾਪੀ ਹੈ, ਪੁੰਨੀ ਹੈ, ਸ਼ਰੀਫ ਹੈ, ਬਦਮਾਸ਼ ਹੈ, ਫਲਾਣਾ ਦਾਨੀ ਹੈ, ਗਿਆਨੀ ਹੈ, ਮੂਰਖ ਹੈ। ਮਨੁੱਖ ਦੇ ਪ੍ਰਤੀ ਮਨੁੱਖ ਫੈਸਲਾ ਨਹੀਂ ਕਰ ਸਕਦਾ, ਇਹ ਪਾਪੀ ਹੈ, ਇਹ ਪੁੰਨੀ ਹੈ, ਇਹ ਭਲਾ ਮਾਨਸ ਹੈ, ਇਹ ਬਦਮਾਸ਼ ਹੈ, ਇਹਨੂੰ ਸਵਰਗ ਨਸੀਬ ਹੋਏਗਾ, ਇਹਨੂੰ ਨਰਕ ਹੋਏਗਾ। ਇਹ ਮਨੁੱਖ ਫੈਸਲਾ ਨਹੀਂ ਕਰ ਸਕਦਾ। ਮਨੁੱਖ ਹੀ ਮਨੁੱਖ ਪ੍ਰਤੀ ਫੈਸਲਾ ਕਰਦੇ ਦਿਖਾਈ ਦਿੰਦੇ ਨੇ। ਕੋਈ ਮਰ ਜਾਏ ਤੇ ਮਨੁੱਖ ਕਹਿ ਦਿੰਦਾ ਹੈ ਇਹ ਸਵਰਗਵਾਸੀ ਹੋ ਗਿਆ ਹੈ। ਇਹਦਾ ਮਤਲਬ ਹੈ ਕਿ ਸਵਰਗਾਂ ਵਿੱਚ ਭੇਜਣਾ ਮਨੁੱਖ ਦੇ ਆਪਣੇ ਹੱਥ ਵਿੱਚ ਹੈ। ਹਰ ਮਰੇ ਹੋਏ ਨਾਲ ਇਹ ਲਫ਼ਜ਼ ਕਿ ਸਵਰਗਵਾਸ ਹੋ ਗਿਆ ਹੈ, ਇਹ ਸ਼ਾਂਤ ਹੋ ਗਿਆ, ਫਲਾਣਾ ਸੱਚਖੰਡ ਵਾਸੀ ਹੋ ਗਿਆ ਹੈ, ਨਹੀਂ, ਇਹ ਉਹ ਸੱਚਖੰਡ ਵਾਸੀ ਹੋਇਆ, ਇਹ ਕੋਈ ਕਿਸੇ ਬੰਦੇ ਦੇ ਕਹਿਣ ਦੇ ਨਾਲ ਨਹੀਂ ਹੁੰਦਾ। ਸਤਿਗੁਰ ਦੱਸਦੇ ਨੇ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ। ਚਾਹੇ ਉਹ ਪੁੰਨ ਹੈ, ਚਾਹੇ ਉਹ ਪਾਪ ਹੈ, ਉਹ ਲਿਖਿਆ ਜਾਂਦਾ ਹੈ, ਉਹ ਕਿਤੇ ਲਿਖਿਆ ਜਾਂਦਾ ਹੈ। ਉਹ ਕਾਲਪਨਿਕ ਗੱਲ ਤੇ ਇਹ ਹੈ ਕਿ ਚਿੱਤਰਗੁਪਤ ਲਿਖਦਾ ਹੈ, ਜੋ ਬਹੁਤ ਵੱਡਾ ਪੋਥਾ ਆਪਣੇ ਕੋਲ ਲਈ ਬੈਠਾ ਹੈ, ਉਹੀ ਜੀਵਾਂ ਦੇ ਕਰਮ ਲਿਖ ਰਿਹਾ ਹੈ। ਤੇ ਭਾਰਤੀ ਧਾਰਮਿਕ ਸਾਹਿਤ ਵਿੱਚ ਚਿੱਤਰਗੁਪਤ ਦਾ ਬੜਾ ਜ਼ਿਕਰ ਹੈ, ਬੜੀ ਗੱਲ ਹੈ। ਤੇ ਤਕਰੀਬਨ ਸਮੁੱਚੇ ਭਾਰਤ ਵਿੱਚ, ਧਾਰਮਿਕ ਦੁਨੀਆ ਵਿੱਚ ਇਹ ਢੰਗ ਨਾਲ ਚਿੱਤਰਗੁਪਤ ਦੀ ਹੋਂਦ ਨੂੰ ਤਸਲੀਮ ਕੀਤਾ ਜਾਂਦਾ ਹੈ। ਚਿੱਤਰਗੁਪਤ ਹੈ ਕਿ ਉਹ ਚਿੱਤਰ ਜੋ ਗੁਪਤ ਹੈ, ਤੇ ਬਣਦਾ ਕਿਸ ਤਰ੍ਹਾਂ ਹੈ, ਕਰ 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 ਕਰਨਾ ਲਿਖ ਲੈ ਜਾਓ। ਇਹ ਬੰਦਾ ਜੋ ਕੁਝ ਤੂੰ ਕਰ ਰਿਹਾ ਹੈ, ਅੰਦਰ ਲਿਖਿਆ ਜਾ ਰਿਹਾ ਹੈ, ਉਹਦੇ ਸੰਸਕਾਰ ਬਣ ਰਹੇ ਨੇ। ਐਸਾ ਨਾ ਸਮਝੀ ਕਿ ਜੋ ਕੁਝ ਕਰ ਲਿਆ ਹੈ, ਕਰ ਛੱਡਿਆ ਹੈ, ਇਹ ਤੂੰ ਛੱਡ ਨਹੀਂ ਸਕਦਾ। ਇਸ ਅੰਦਰ ਛਾਪ ਲੱਗ ਗਈ ਹੈ, ਇਹ ਅੰਦਰ ਲੇਖ ਲਿਖੇ ਗਏ ਨੇ, ਕਰਕੇ ਅੰਦਰ ਉਸਦਾ ਸਰੂਪ ਬਣ ਗਿਆ ਹੈ, ਕਰਕੇ ਅੰਦਰ ਉਸਦਾ ਇੱਕ ਚਿੱਤਰ ਬਣ ਗਿਆ ਹੈ। ਉਸ ਕਰਨ ਤੋਂ ਜੋ ਚਿੱਤਰ ਬਣਦਾ ਹੈ ਉਹਨੂੰ ਸੰਸਕਾਰ ਕਹਿੰਦੇ ਨੇ। ਸੰਸਕਾਰ ਤੋਂ ਫਿਰ ਸੁਭਾਅ ਬਣਦਾ ਹੈ, ਸੁਭਾਅ ਤੋਂ ਪ੍ਰਾਲਬਧ ਬਣਦੀ ਹੈ, ਪ੍ਰਾਲਬਧ ਤੋਂ ਦੁੱਖ ਤੇ ਸੁੱਖ ਦਾ ਜਨਮ ਹੁੰਦਾ ਹੈ। ਅਗਰ ਬੰਦੇ ਹੀ ਦੀ ਝੋਲੀ ਵਿੱਚ ਦੁੱਖ ਹੈ ਤਾਂ ਕਹਿਣਾ ਪਏਗਾ ਇਹਦਾ ਸੁਭਾਅ ਠੀਕ ਨਹੀਂ। ਇਹਦਾ ਸੁਭਾਅ ਕਿਉਂ ਠੀਕ ਨਹੀਂ? ਇਹਦੇ ਸੰਸਕਾਰ ਠੀਕ ਨਹੀਂ। ਇਹਦੇ ਸੰਸਕਾਰ ਠੀਕ ਕਿਉਂ ਨਹੀਂ? ਇਹਦੇ ਕਰਮ ਠੀਕ ਨਹੀਂ। ਅਗਰ ਬੰਦੇ ਕੋਲ ਸੁੱਖ ਹੀ ਸੁੱਖ ਨੇ ਤੇ ਆਨੰਦ ਹੀ ਆਨੰਦ ਹੈ, ਤਾਂ ਖੇੜਾ ਹੀ ਖੇੜਾ ਹੈ, ਤੇ ਸੁੱਖ ਨੂੰ ਵੇਖ ਕੇ ਕਹਿਣਾ ਪਏਗਾ ਇਹਦੀ ਪ੍ਰਾਲਬਧ ਚੰਗੀ ਹੈ। ਇਹਦੀ ਪ੍ਰਾਲਬਧ ਚੰਗੀ ਕਿਉਂ ਹੈ? ਇਹਦਾ ਸੁਭਾਅ ਚੰਗਾ ਹੈ। ਇਹਦਾ ਸੁਭਾਅ ਚੰਗਾ ਕਿਉਂ ਹੈ? ਇਹਦੇ ਸੰਸਕਾਰ ਚੰਗੇ ਨੇ। ਇਹਦੇ ਸੰਸਕਾਰ ਚੰਗੇ ਕਿਉਂ ਨੇ? ਇਹਦੇ ਕਰਮ ਚੰਗੇ ਨੇ। ਜੋ ਕੀਤਾ ਜਾ ਰਿਹਾ ਹੈ, ਕਰਮ ਸੰਸਕਾਰ ਬਣਦਾ ਹੈ, ਸੰਸਕਾਰ ਸੁਭਾਅ ਬਣਦਾ ਹੈ, ਸੁਭਾਅ ਪ੍ਰਾਲਬਧ ਬਣਦੀ ਹੈ, ਪ੍ਰਾਲਬਧ ਦੁੱਖ ਤੇ ਸੁੱਖ ਜਨਮ ਦਿੰਦੀ ਹੈ। ਇਹ ਸਭ ਕੁਝ ਪਰਮਾਤਮਾ ਨੇ ਇੱਕ ਤਰਤੀਬ ਨਿਯਮਾਵਲੀ ਬਣਾਈ ਹੈ। ਇਸ ਤੋਂ ਉਲਟ ਕੁਝ ਵੀ ਨਹੀਂ ਹੋ ਸਕਦਾ। ਇਸ ਵਾਸਤੇ ਮਨੁੱਖ ਕਿਸੇ ਮਨੁੱਖ ਦੇ ਵਾਸਤੇ ਫੈਸਲਾ ਨਹੀਂ ਦੇ ਸਕਦਾ। ਇਹ ਪੁਨੀਤ ਹੈ, ਪਾਪੀ ਹੈ, ਸ਼ਰੀਫ ਹੈ, ਬਦਮਾਸ਼ ਹੈ। ਸ਼ਰਾਫਤ ਅੰਤਸ਼ਕਰਨ ਵਿੱਚ ਲਿਖੀ ਜਾਂਦੀ ਹੈ, ਬਦਮਾਸ਼ੀ ਵੀ ਅੰਤਸ਼ਕਰਨ ਵਿੱਚ ਲਿਖੀ ਜਾਂਦੀ ਹੈ। ਦਾਨੀ ਹੈ, ਗਿਆਨੀ ਹੈ, ਇਹ ਉਸਦੇ ਸੁਭਾਅ ਪ੍ਰਾਲਬਧ ਕਿਰਿਆ ਤੋਂ ਹੀ ਪਤਾ ਲੱਗੇਗਾ। ਤੇ ਸਾਹਿਬ ਫਰਮਾਨ ਕਰਦੇ ਨੇ ਕਿ ਕਰ ਕਰ ਕਰਨਾ ਲਿਖ ਲੈ ਜਾਓ। ਜੋ ਕੁਝ ਮਨੁੱਖ ਕਰਦਾ ਹੈ ਮਿਟਦਾ ਨਹੀਂ ਹੈ, ਨਾਲ ਹੀ ਲਿਖਿਆ ਕੇ ਲੈ ਜਾਂਦਾ ਹੈ, ਜੀਵਨ ਭਰ ਚੱਲਦਾ, ਅਨੰਤ ਜਨਮਾਂ ਤੱਕ ਚੱਲਦਾ ਰਹਿੰਦਾ ਹੈ। ਔਰ ਐਸੀ
ਨੂੰ ਹੀ ਚਿੱਤਰਗੁਪਤ ਕਹਿੰਦੇ ਨੇ, ਪ੍ਰਲਬਧ ਕਹਿੰਦੇ ਨੇ, ਇਸੇ ਨੂੰ ਵਿਧਾਤੇ ਦਾ ਵਿਧਾਨ ਕਹਿੰਦੇ ਨੇ। ਜੋ ਕੁਝ ਉਸਨੇ ਬਣਾ ਦਿੱਤਾ ਹੈ ਤੇ ਖੁਦ ਹੀ ਕਰਨਾ ਹੈ, ਖੁਦ ਹੀ ਕੀਤੇ ਹੋਏ ਦੇ ਅੰਦਰ ਲੇਖ ਲਿਖੇ ਜਾਂਦੇ ਨੇ। ਉਸੇ ਲੇਖ ਦੇ ਮੁਤਾਬਕ ਸੰਸਕਾਰ, ਸੁਭਾਅ, ਪ੍ਰਲਬਧ ਤੇ ਦੁੱਖ ਤੇ ਸੁੱਖ ਜਨਮ ਲੈਂਦਾ ਹੈ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਵਧਾਨ ਕਰਦੇ ਨੇ, ਆਪੇ ਬੀਜ ਆਪੇ ਹੀ ਖਾਓ। ਦੁਨੀਆ ਵਿੱਚ ਤੇ ਹੋ ਸਕਦਾ ਹੈ ਕਿ ਬੀਜੇ ਕਿਸੇ ਨੇ ਬੋਏ ਹੋਏ, ਫਸਲ ਕਿਸੇ ਨੇ ਬੋਈ ਹੈ ਤੇ ਕੱਟੀ ਕਿਸੇ ਹੋਰ ਨੇ ਹੈ, ਬੂਟਾ ਕਿਸੇ ਨੇ ਲਾਇਆ ਹੈ, ਫਲ ਹੋਰ ਕਿਸੇ ਨੇ ਖਾਧਾ ਹੈ, ਬਗੀਚਾ ਕਿਸੇ ਨੇ ਲਾਇਆ ਹੈ, ਮਾਲਿਕ ਕੋਈ ਹੋਰ ਬਣਿਆ ਹੈ। ਬਾਹਰ ਦੀ ਦੁਨੀਆ ਵਿੱਚ ਤੇ ਐਸਾ ਹੋ ਸਕਦਾ ਹੈ। ਜੋ ਵਿਧਾਤੇ ਦੀ ਦੁਨੀਆ ਹੈ, ਜੋ ਉਸਨੇ ਬਣਾਈ ਹੈ, ਉਹ ਤੇ ਇਹ ਹੈ ਕਿ ਆਪੇ ਬੀਜ ਆਪੇ ਹੀ ਖਾਓ। ਮਨੁੱਖ ਸਵੈਮ ਬੀਜਦਾ ਹੈ ਔਰ ਸਵੈਮ ਹੀ ਖਾਂਦਾ ਹੈ, ਤੋ ਫਲ ਖਾਂਦਾ ਹੈ। ਤੇ ਫਲ ਹੈ ਕੀ? ਫਲ ਹੈ ਸੁੱਖ ਤੇ ਦੁੱਖ। ਸੁੱਖ ਤੇ ਦੁੱਖ ਉਹ ਦੋਵੇਂ ਫਲ ਨੇ, ਔਰ ਇਹਨਾਂ ਫਲਾਂ ਤੋਂ ਪੈਦਾ ਹੋਣ ਦਾ ਆਪਣਾ ਇੱਕ ਢੰਗ ਹੈ। ਸਾਹਿਬ ਕਹਿੰਦੇ ਨੇ ਉਹ ਢੰਗ ਇਹ ਹੈ ਕਿ ਮਨੁੱਖ ਸਵੈਮ ਬੀਜ ਬੋਂਦਾ ਹੈ, ਕਰਮਾਂ ਦੇ ਆਪੇ ਬੀਜ ਆਪੇ ਹੀ ਖਾਓ। ਇਸ ਵਾਸਤੇ ਗੁਰਬਾਣੀ ਦਾ ਫੈਸਲਾ, ਅਗਰ ਤੇਰੀ ਝੋਲੀ ਦੇ ਵਿੱਚ ਫਲ ਬਹੁਤੇ ਨੇ ਦੁੱਖਾਂ ਦੇ, ਤੇ ਇਹਦੇ ਵਾਸਤੇ ਕਿਸੇ ਨੂੰ ਦੋਸ਼ੀ ਨਾ ਠਹਿਰਾਈ ਕਿ ਕਿਸੇ ਨੇ ਤੇਰੀ ਝੋਲੀ ਦੇ ਵਿੱਚ ਇਹ ਫਲ ਪਾ ਦਿੱਤੇ ਨੇ। ਦਦਾ ਦੋਸ਼ ਨਾ ਦੇਊ ਕਾਊ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ। ਭੁੱਲ ਕੇ ਵੀ ਕਿਸੇ ਨੂੰ ਦੋਸ਼ੀ ਨਾ ਠਹਿਰਾਈ। ਇਹ ਦੁੱਖਾਂ ਦੇ ਫਲ ਤੂੰ ਆਪ ਹੀ ਆਪਣੀ ਝੋਲੀ ਦੇ ਵਿੱਚ ਪਾਏ ਨੇ, ਕਿ ਇਹਦੇ ਬੀਜ ਤੂੰ ਆਪ ਬੋਏ ਨੇ, ਤੇਰਾ ਬੋਇਆ ਬੀਜ ਤੂੰ ਹੀ ਖਾਣਾ ਹੈ, ਇਸ ਕਿਸੇ ਹੋਰ ਨੇ ਨਹੀਂ ਖਾਣਾ। ਆਪੇ ਬੀਜੇ ਆਪੇ ਹੀ ਖਾਓ, ਸਮਝਾਇਆ ਹੈ ਦੁਨੀਆ ਵਿੱਚ। ਹੁਣ ਦੁਨੀਆ ਵਿੱਚ ਤੇ ਤੁਸੀਂ ਕਹਿ ਸਕਦੇ ਹੋ ਕਿ ਫਲਾਣੇ ਕਰਕੇ ਮੇਰੀ ਹਾਰ ਹੋ ਗਈ, ਕੰਮ ਸਿਰੇ ਨਹੀਂ ਚੜਿਆ, ਮੈਨੂੰ ਦੁੱਖ ਭੋਗਣਾ ਪਿਆ, ਮੈਨੂੰ ਬਿਪਤਾ ਭੋਗਣੀ ਪਈ। ਧਾਰਮਿਕ ਦੁਨੀਆ ਵਿੱਚ ਇਹ ਆਖਿਆ ਜਾਂਦਾ ਹੈ ਜਿਵੇਂ ਜਿੱਥੇ ਵੀ ਦੁੱਖਾਂ ਦੇ ਕਾਰਨ ਇਕੱਠੇ ਹੋਣਗੇ, ਕੋਈ ਕਾਰਨ ਬਾਹਰੋਂ ਨਹੀਂ ਹੈ, ਉਹ ਤੇ ਅੰਤਸ਼ਕਰਨ ਵਿੱਚ ਬੋਇਆ ਹੋਇਆ ਬੀਜ ਹੈ। ਜੋ ਕੁਝ ਤੂੰ ਕੀਤਾ ਹੈ ਉਸ ਤੋਂ ਬਣੇ ਨੇ ਸੰਸਕਾਰ, ਉਹਨਾਂ ਸੰਸਕਾਰਾਂ ਨੇ ਸਾਰੀ ਘਟਨਾ ਘਟਾ ਦਿੱਤੀ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ ਆਪਣੇ ਦੁੱਖਾਂ ਰੂਪੀ ਫਲ ਨੂੰ ਵੇਖ ਕੇ ਕਿਸੇ ਨੂੰ ਦੋਸ਼ੀ ਨਾ ਠਹਿਰਾਓ, ਤੇ ਆਪਣੇ ਸੁੱਖਾਂ ਦੇ ਫਲ ਨੂੰ ਵੇਖ ਕੇ ਵੀ ਦਾਤੇ ਦਾ ਧੰਨਵਾਦ ਕਰੀ। ਤੂੰ ਸੁਮੱਤ ਦਿੱਤੀ, ਮੈਨੂੰ ਸਤਸੰਗ ਦਿੱਤਾ ਕਿ ਮੈਂ ਚੰਗੇ ਬੀਜ ਬੋ ਸਕਿਆ ਹਾਂ। ਇਸ ਤਰੀਕੇ ਨਾਲ ਸੰਤ ਜਨ ਸ਼ੁਭ ਫਲ ਨੂੰ ਵੇਖ ਕੇ ਹੰਕਾਰ ਨਹੀਂ ਕਰਦੇ, ਤੇ ਦੁੱਖਾਂ ਦੇ ਫਲ ਨੂੰ ਵੇਖ ਕੇ ਕਿਸੇ ਨੂੰ ਦੋਸ਼ ਨਹੀਂ ਠਹਿਰਾਉਂਦੇ। ਬਸ ਇਹੀ ਪੂਰਨਤਾ ਹੈ, ਔਰ ਇਸੇ ਨੂੰ ਕਹਿੰਦੇ ਨੇ ਕਿ ਫਲਾਣਾ ਪੂਰਨ ਪੁਰਖ ਹੈ। ਆਪਣੇ ਦੁੱਖਾਂ ਵਾਸਤੇ ਕਿਸੇ ਤੇ ਜ਼ਿੰਮੇਵਾਰੀ ਨਹੀਂ, ਔਰ ਆਪਣੇ ਸੁੱਖਾਂ ਨੂੰ ਵੇਖ ਕੇ ਹੰਕਾਰ ਨਹੀਂ। ਦਾਤੇ ਦਾ ਧੰਨਵਾਦ ਤੇ ਆਪਣੇ ਬੀਜ ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਓ ਜਾਓ। ਹੁਣ ਹੁਕਮੀ ਕੀ ਹੈ? ਵਿਧਾਨ ਉਸ ਦਾਤੇ ਦਾ, ਇੱਕ ਨਿਯਮ, ਇੱਕ ਮਰਿਆਦਾ। ਮਰਿਆਦਾ ਉਸਨੇ ਕੀ ਬਣਾ ਦਿੱਤੀ ਹੈ? ਜੋ ਕੁਝ ਤੂੰ ਕਰੇਗਾ ਤੇਰੇ ਕਰਮ ਅਨੁਸਾਰ ਉਸਨੇ ਫਲ ਦੇਣਾ ਹੈ, ਔਰ ਫਿਰ ਉਸ ਦੇ ਹੁਕਮ ਦੇ ਮੁਤਾਬਕ ਇਸ ਜਗਤ ਵਿੱਚ ਆਪਣਾ ਤੇ ਆਵਣਾ ਤੇ ਜਾਵਣਾ ਚੱਲਦਾ ਰਹਿੰਦਾ ਹੈ। ਅਸੀਂ ਅਨੰਤ ਜਨਮ ਤੋਂ ਇਸ ਧਰਤੀ ਉੱਤੇ ਆ ਰਹੇ ਹਾਂ, ਜਾ ਰਹੇ ਹਾਂ, ਆ ਰਹੇ ਹਾਂ, ਜਾ ਰਹੇ ਹਾਂ, ਤੇ ਉਸ ਦਾਤੇ ਦਾ ਇੱਕ ਨਿਯਮ, ਜਿਸ ਚਿਰ ਤੱਕ ਇਸ ਧਰਤੀ ਦੀ ਪਕੜ ਅੰਦਰੋਂ ਖਤਮ ਨਹੀਂ ਹੁੰਦੀ, ਅਸੀਂ ਧਰਤੀ ਤੇ ਮੌਜੂਦ ਰਹਾਂਗੇ। ਸਾਡੀ ਵਾਸਨਾ ਖਿੱਚ ਕੇ ਇੱਥੇ ਲੈ ਆਉਂਦੀ ਹੈ, ਸਾਡੀ ਕਾਮਨਾ ਇੱਥੇ ਲੈ ਆਉਂਦੀ ਹੈ। ਜਿਸ ਦਿਨ ਕਾਮਨਾ ਮਿੱਟੀ ਹੈ, ਵਾਸਨਾ ਮਿਟਦੀ ਹੈ, ਧਰਤੀ ਦੀ ਪਕੜ ਖਤਮ ਹੁੰਦੀ ਹੈ, ਤਾਂ ਉਸ ਪਰਮ ਜੀਵਨ ਵਿੱਚ ਸਾਡੀ ਆਤਮਾ ਇੰਜ ਲੀਨ ਹੁੰਦੀ ਹੈ। ਗੁਰੂ ਅਰਜਨ ਦੇਵ ਜੀ ਮੁਤਾਬਕ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਿਹੜੀ ਨਦੀ ਸਾਗਰ ਤੱਕ ਨਹੀਂ ਪਹੁੰਚ ਸਕੀ ਬਦਕਿਸਮਤ ਹੈ, ਜਿਹੜਾ ਬੀਜ ਫਲ ਤੱਕ ਨਹੀਂ ਅਪੜਿਆ ਸਕਿਆ ਬਦਕਿਸਮਤ ਹੈ। ਜਿਹੜਾ ਮਨੁੱਖ, ਜਿਹੜਾ ਜੀਵਨ ਪਰਮ ਜੀਵਨ ਤੱਕ ਨਹੀਂ ਪਹੁੰਚ ਸਕਿਆ, ਇਹ ਉਸ ਦੀ ਬਦਕਿਸਮਤੀ ਹੈ। ਔਰ ਬਦਕਿਸਮਤੀ ਦਾ ਜ਼ਿੰਮੇਵਾਰ ਇਹ ਸਵੈਮ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਫੈਸਲਾ ਲਗਾ ਦਿੱਤਾ ਹੈ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਓ ਜਾਓ। ਉਸ ਹੁਕਮੀ ਦਾ ਹੁਕਮ ਕੀ ਹੈ? ਜਿਤਨੇ ਸਮੇਂ ਤੱਕ ਤੂੰ ਐਸੇ ਕਰਮ ਕਰੇਗਾ ਜੋ ਧਰਤੀ ਨਾਲ ਹੀ ਸੰਬੰਧਿਤ ਨੇ, ਸਿਰਫ ਸਰੀਰ ਨਾਲ ਸੰਬੰਧਿਤ ਨੇ, ਕੋਈ ਆਤਮਾ ਨਾਲ ਸੰਬੰਧਿਤ ਨਹੀਂ ਹੈ, ਤੇ ਸਰੀਰ ਧਰਤੀ ਦਾ ਹਿੱਸਾ ਹੈ, ਤੂੰ ਧਰਤੀ ਤੇ ਰਹੇਗਾ। ਸਰੀਰ ਦੀ ਪੂਰਤੀ ਵਾਸਤੇ ਹੀ ਕੰਮ ਕਰਦਾ ਰਿਹਾ ਹੈ। ਸਰੀਰ ਦੀਆਂ ਲੋੜਾਂ ਦੀ ਪੂਰਤੀ ਹੋ ਸਕੇ, ਸਰੀਰ ਨੂੰ ਸੁੱਖ ਮਿਲ ਸਕਣ, ਤੇਰੀ ਸਾਰੀ ਭੱਜ ਦੌੜ ਇਸੇ ਵਾਸਤੇ ਰਹੀ ਹੈ। ਤੇ ਸਰੀਰ ਤੈਨੂੰ ਮਿਲਦਾ ਰਹੇਗਾ ਔਰ ਬਾਰ-ਬਾਰ ਮਿਲਦਾ ਰਹੇਗਾ। ਤੂੰ ਇਸ ਧਰਤੀ ਉੱਤੇ ਬਕਾਇਦਾ ਆਉਂਦਾ ਰਹੇਗਾ, ਕਿਉਂਕਿ ਸਰੀਰ ਧਰਤੀ ਦਾ ਇੱਕ ਖਾਸ ਹਿੱਸਾ ਹੈ। ਕਿਉਂਕਿ ਸਾਹਿਬ ਕਹਿੰਦੇ ਨੇ ਇਹਦੇ ਵਿੱਚ ਠੋਸ ਰੂਪ ਵਿੱਚ, ਅਸਥੂਲ ਰੂਪ ਵਿੱਚ ਜੋ ਹੈ ਉਹ ਮਿੱਟੀ ਹੈ, ਤੇ ਮਿੱਟੀ ਮਾਂ ਹੈ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਇੱਥੇ ਪਾਤਸ਼ਾਹ ਕਹਿੰਦੇ ਨੇ ਧਰਤੀ ਨੂੰ ਮਾਤਾ ਕਹਿ ਦਿੱਤਾ ਹੈ, ਤੇ ਧਰਤੀ ਦਾ ਮੂਲ ਤੇ ਸਥੂਲ ਹਿੱਸਾ ਹੈ ਸਰੀਰ। ਸਰੀਰ ਦੀ
ਉਪਜੀਵਕਾ ਅਤੇ ਸਰੀਰ ਦੀਆਂ ਲੋੜਾਂ ਅਤੇ ਸਰੀਰ ਦੇ ਸੁੱਖ ਐਸ਼ੋ ਆਰਾਮ ਲਈ ਜਿਹੜਾ ਆਪਣਾ ਜੀਵਨ ਬਤੀਤ ਕਰ ਰਿਹਾ ਹੈ, ਭੱਜ ਦੌੜ ਕਰ ਰਿਹਾ ਹੈ, ਉਸ ਨੂੰ ਸਰੀਰ ਮਿਲਦਾ ਰਹੇਗਾ, ਐਸ਼ ਆਰਾਮ ਵੀ ਮਿਲਦੇ ਰਹਿਣਗੇ, ਧਰਤੀ ਦੀ ਪਕੜ ਵੀ ਬਣੀ ਰਹੇਗੀ ਅਤੇ ਧਰਤੀ ਦੀ ਪਕੜ ਕਰਕੇ ਬਾਰ-ਬਾਰ ਜਨਮ ਹੁੰਦਾ ਰਹੇਗਾ, ਉਹ ਆਉਂਦਾ ਰਹੇਗਾ, ਉਹ ਜਾਂਦਾ ਰਹੇਗਾ। ਇਹ ਪਰਿਪੂਰਨ ਪਰਮਾਤਮਾ ਦਾ ਹੁਕਮ ਬਣਿਆ ਹੋਇਆ ਹੈ ਵਿਧਾਨ। ਪਰ ਜੋ ਸਰੀਰ ਦੀ ਪੂਰਤੀ ਦੇ ਨਾਲ ਨਾਲ ਅਧਿਆਤਮਿਕ ਆਨੰਦ ਪ੍ਰਾਪਤੀ ਦੇ ਸਾਧਨ ਨੂੰ ਵੀ ਚਲਾਉਂਦਾ ਹੈ, ਔਰ ਉਹ ਸਾਧਨ ਇਹ ਹੈ, ਉਹ ਧੋਪੇ ਨਾਵੇਂ ਕੇ ਰੰਗ, ਨਾਮ ਦਾ ਰੰਗ ਆਪਣੇ ਆਪ ਨੂੰ ਚਾੜ ਲੈਂਦਾ ਹੈ, ਧਰਤੀ ਦੀ ਪਕੜ ਤੋਂ ਉੱਤਾ ਉੱਠ ਜਾਂਦਾ ਹੈ, ਸਰੀਰ ਦੀ ਪਕੜ ਤੋਂ ਉਤਾਂਹ ਉੱਠ ਜਾਂਦਾ ਹੈ, ਔਰ ਇਸ ਢੰਗ ਨਾਲ ਪਰਮ ਆਨੰਦ ਨੂੰ ਪ੍ਰਾਪਤ ਕਰਕੇ ਪਰਮ ਜੀਵਨ ਵਿੱਚ ਲੀਨ ਹੋ ਕੇ ਪੂਰਨਤਾ ਨੂੰ ਨਸੀਬ ਹੁੰਦਾ ਹੈ। ਔਰ ਇਸ ਪੂਰਨਤਾ ਐਸੇ ਜੈਸੇ ਬੂੰਦ ਸਾਗਰ ਵਿੱਚ ਲੀਨ ਹੋ ਗਈ, ਜੈਸੇ ਅੰਗਾਰ ਸੂਰਜ ਵਿੱਚ ਲੀਨ ਹੋ ਗਿਆ, ਅੰਗਾਰਾ ਸੂਰਜ ਵਿੱਚ ਲੀਨ ਹੋ ਗਿਆ, ਇਸ ਢੰਗ ਨਾਲ ਆਤਮਾ ਪਰਮਾਤਮਾ ਵਿੱਚ ਲੀਨ ਹੋ ਗਈ। ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਓ ਜਾਓ ਸੀ। ਤੇ ਇਹ ਸੀ ਜੀ 20ਵੀਂ ਪੌੜੀ ਦੀ ਵਿਆਖਿਆ। ਭਰੀਏ ਹੱਥ ਪੈਰ ਧੰਦੇ, ਪਾਣੀ ਧੋਤੇ ਉਤਰਸ ਕੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੁਨ ਲਈਏ ਉਤਏ, ਭਰੀਏ ਮਤ ਪਾਪਾ ਕੇ ਸੰਗ, ਉਹ ਧੋਪੇ ਨਾਵੇਂ ਕੇ ਰੰਗ, ਪੁੰਨੀ ਪਾਪੀ ਆਖਨ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਓ ਜਾਓ। ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ।